ਵਿਊਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਤੋਂ ਬੀਬੀ ਮਨਜੀਤ ਕੌਰ ਜੀ ਨਾਲ ਜਿਹੜੇ ਕਿ ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰਸਟ ਦੇ ਕਰਤਾ ਧਰਤਾ ਹਨ। ਭਾਈ ਫੌਜਾ ਸਿੰਘ ਜੀ ਦੀ ਕੁਰਬਾਨੀ ਕਿਸੇ ਵੇਰਵੇ ਦੀ ਮੁਹਤਾਜ ਨਹੀਂ। ਉਹਨਾਂ ਨੇ 13 ਅਪ੍ਰੈਲ 1978 ਨੂੰ ਨਕਲੀ ਨਿਰੰਕਾਰੀਆਂ ਨੂੰ ਵੰਗਾਰਦਿਆਂ ਸ਼ਹੀਦੀ ਪਾਈ ਸੀ। ਬੀਬੀ ਮਨਜੀਤ ਕੌਰ ਬੀਬੀਆਂ ਦੇ ਉਸ ਡੈਲੀਗੇਸ਼ਨ ਦੇ ਲੀਡਰ ਸਨ ਜਿਹੜਾ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੇ ਮਿਸ਼ਨ ਦੇ ਹੱਕ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮੈਮੋਰੈਂਡਮ ਦੇਣ ਗਏ ਸਨ। ਕੱਲ ਦੇ ਰਿਹਾਈ ਮਾਰਚ ਵਿੱਚ ਵੀ ਬੀਬੀ ਜੀ ਸ਼ਾਮਿਲ ਸਨ ਤੇ ਆਓ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਰਿਹਾਇਸ਼ ਮਾਰਚ ਸੰਬੰਧੀ। ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਬੀਬੀ ਮਨਜੀਤ ਕੌਰ ਜੀ। ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬੀਬੀ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਬਹੁਤ ਸਵਾਗਤ ਹੈ। ਬੀਬੀ ਜੀ ਰਿਹਾਈ ਮਾਰਚ ਦੀ ਗੱਲਬਾਤ ਕਰਨ ਤੋਂ ਪਹਿਲਾਂ ਸਾਨੂੰ ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰਸਟ ਬਾਰੇ ਜਾਣਕਾਰੀ ਦਿਓ। जी मैं बीबी मनजीत कौर शहीद भाई फौजा सिंह दी धर्म बेटी जी चैरिटेबल ट्रस्ट तो ਅੰਮ੍ਰਿਤਸਰ ਤੋਂ ਬੋਲ ਰਹੀ ਹਾਂ ਜੀ। ਹਾਂਜੀ ਮੇਰੇ ਕੋਲ ਅਸਲੇ 60 ਬੇਟੀਆਂ ਆ ਜਿਨ੍ਹਾਂ ਦੀ ਦੇਖ ਰੇਖ ਮੇਰੇ ਕੋਲ ਹੈ। ਹਾਂਜੀ ਉਹਨਾਂ ਦਾ ਖਾਣਾ ਪੀਣਾ ਸਾਰਾ ਕੁਝ ਆਪਣੇ ਕੋਲ ਹੈਗਾ ਆ ਜੀ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲ ਰਿਹਾ। ਬੱਚੇ ਪੜ੍ਹਦੇ ਨੇ, ਬੱਚੀਆਂ ਜ਼ਿਆਦਾਤਰ ਬੱਚੀਆਂ ਨੇ। ਹਾਂਜੀ ਕਿਉਂਕਿ ਬੱਚਿਆਂ ਨੇ ਪੰਘੂੜੇ 'ਚ ਪਾ ਜਾਂਦੇ ਨੇ, ਲੜਕਿਆਂ ਨੂੰ ਤਾਂ ਲੋਕ ਲੈ ਜਾਂਦੇ, ਲੜਕੀਆਂ ਨੂੰ ਤੇ ਉਹ ਸਮਝਦੇ ਆ ਕਿ ਕੁਛ ਨਹੀਂ ਹੈ। ਇਸ ਕਰਕੇ ਆਪਾਂ ਲੜਕੀਆਂ ਨੂੰ ਜ਼ਿਆਦਾ ਰੱਖਿਆ ਹੈ ਜੀ। ਪਹਿਲਾਂ ਬਹੁਤ ਸ਼ਹੀਦੀ ਪਰਿਵਾਰ ਸੀ, ਉਹਨਾਂ ਦੀਆਂ ਬੇਟੀਆਂ ਬੇਟੇ ਉਹਨਾਂ ਦੀਆਂ ਬੀਵੀਆਂ ਸੀ। ਅੱਜ ਕੱਲ ਆਪਣੇ ਕੋਲ ਜਿੱਦਾਂ ਬੱਚੀਆਂ ਰੁਲਦੀਆਂ ਫਿਰਦੀਆਂ ਨੇ, ਉਹਨਾਂ ਨੂੰ ਕੋਈ ਪੁੱਛ ਨਹੀਂ, ਉਹ ਹੈਗੇ ਆ ਅਨਾਥ ਬੱਚੇ। ਹਾਂਜੀ ਉਹ ਸ਼ਹੀਦ ਪਰਿਵਾਰ ਦੀਆਂ 2-3 ਬੀਬੀਆਂ ਵੀ ਹੈਗੀਆਂ ਨੇ ਜਿਹਨੂੰ ਇੱਕ ਤੇ ਧਰਮਪਾਲ ਭਾਈ ਮਹਿੰਦਰ ਸਿੰਘ ਦੀ ਸਿੰਘਣੀਆਂ ਜਿਨ੍ਹਾਂ ਦੇ 2 ਬੇਟੇ ਸ਼ਹੀਦ ਹੋਇਆ ਤੇ ਇੱਕ ਆਪਣਾ ਸਿੰਘ ਸ਼ਹੀਦ ਹੋਇਆ ਜੀ। ਹਾਂਜੀ ਜੀ ਉਹ ਮੇਰੇ ਕੋਲ ਹੈ ਮੌਜੂਦਾ ਹੈ, ਉੱਥੇ ਹੈਗੇ ਆ ਜੀ। ਤੇ ਬੀਬੀ ਜੀ ਬਾਕੀ ਸਤਿਗੁਰੂ ਦੀ ਕਿਰਪਾ ਹੈ। ਬੀਬੀ ਜੀ ਦੀ ਵੀ ਆਪਾਂ ਦੇਖ ਰੇਖ ਕਰੀਦੀ ਆ। ਉਹ ਦਰਬਾਰ ਸਾਹਿਬ ਹੈਗੇ ਆ ਜੀ। ਜੀ ਬਿਲਕੁਲ ਠੀਕ ਹੈਗੇ ਆ। ਇਹ ਨਹੀਂ ਹੈ ਕੋਈ ਉਹ ਵੀ ਕਿਸੇ ਪੱਖੋਂ ਕੋਈ ਹੈਗੇ ਆ, ਬਿਲਕੁਲ ਠੀਕ ਠਾਕ ਨੇ, ਚੜ੍ਹਦੀ ਕਲਾ 'ਚ ਨੇ ਬੀਜੀ। ਹਾਂਜੀ ਤੇ ਬੀਬੀ ਜੀ ਹੁਣ ਅਸੀਂ ਰਿਹਾਈ ਮਾਰਚ ਸੰਬੰਧੀ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਤੁਸੀਂ ਕੱਲ ਦੇ ਰਿਹਾਈ ਮਾਰਚ ਵਿੱਚ ਸ਼ਾਮਿਲ ਹੋਏ ਤੇ ਪੁਲਿਸ ਨੇ ਇਸ ਰਿਹਾਈ ਮਾਰਚ ਨੂੰ ਰੋਕਣ ਦਾ ਪੂਰਾ ਯਤਨ ਕੀਤਾ। ਇਸ ਬਾਰੇ ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ। ਹਾਂਜੀ ਗੱਲ ਆ ਜੀ, ਕੱਲ ਅਸੀਂ ਰਿਹਾਈ ਮਾਰਚ ਕਰਨਾ ਸੀ। ਇਹਨਾਂ ਨੇ ਕੀ ਕੀਤਾ ਕਿ ਉੱਥੋਂ ਦਰਬਾਰ ਸਾਹਿਬ ਤੋਂ ਸਾਡੇ ਕੁਝ ਮੈਂਬਰ ਗਏ ਸੀ। ਅਸੀਂ ਪਹਿਲਾਂ ਇਹਨਾਂ ਨੂੰ ਬੇਨਤੀ ਕੀਤੀ ਸੀ ਪਰਸੋਂ ਕਿ ਤੁਸੀਂ ਏਦਾਂ ਕਿ ਬਾਹਰ ਅਕਾਲੀ ਫੂਲਾ ਸਿੰਘ ਬੁਰਜ ਆਪਣੀਆਂ ਸਾਰੀਆਂ ਗੱਡੀਆਂ ਲਾ ਦਿਓ। ਹਾਂਜੀ ਚਲੋ ਕੁਝ ਗੱਡੀਆਂ ਸਾਡੀਆਂ ਅੰਦਰ ਚਲੇ ਗਈਆਂ ਸੰਗਤ ਦੇ ਰੂਪ ਦੇ ਵਿੱਚ। ਉਹਨਾਂ ਜਾ ਕੇ ਅਰਦਾਸਾਂ ਸੋਧਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਪਹਿਲਾਂ ਸਿੰਘ ਸਾਹਿਬ ਨੇ ਉਹ ਅਰਦਾਸ ਦੇ ਵਿੱਚ ਸ਼ਾਮਲ ਹੋਇਆ, ਉੱਥੇ ਸਿਰ ਭੌ ਦਿੱਤਾ ਗਿਆ। ਉਹੀ ਬਾਹਰ ਆਣ ਕੇ ਸਿੰਘ ਸਾਹਿਬ ਨੇ ਇੰਨੀ ਸਾਡੇ ਨਾਲ ਬੇਬਰਾਮੀ ਨਾਲ ਸਾਡੇ ਪੇਸ਼ ਆਇਆ ਕਿ ਉਹਨੇ ਪੰਜਾਂ ਦਸਤਾਰਾਂ ਲਵਾਉਣ ਤੱਕ ਗਿਆ ਤੇ ਲੱਥੀਆਂ ਵੀ ਹੱਥੋਂ ਪਾਈ ਵੀ ਹੋਏ। ਉਹਨਾਂ ਨੇ ਬੈਰੀਅਲ ਵੀ ਲਾਏ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਕਿ ਇੱਥੇ ਬਹੁਤ ਜ਼ਿਆਦਾ ਗੜਬੜ ਹੈਗੀ ਏ, ਆਪਣਾ ਸਤਿਗੁਰ ਦੀ ਕਿਰਪਾ ਨੇ ਦਿਮਾਗ ਦਿੱਤਾ, ਉਹਨੂੰ ਵਰਤ ਲਿਆ। ਹਾਂਜੀ ਆਪਣੇ ਕੋਲ 20-25 ਗੱਡੀਆਂ ਸੀ, ਅਸੀਂ ਬਾਹਰੋਂ ਕੱਢ ਲਈਆਂ ਜੀ। ਅਸੀਂ ਕਿਹਾ ਕਿ ਇਹ ਨਾ ਕੋਈ ਕਵੇ ਕਿ ਹਰਿਆਈ ਮਾਰਚ ਨਹੀਂ ਨਿਕਲਿਆ ਜੀ। ਹਰਿਆਈ ਮਾਰਚ ਨੂੰ ਲੈ ਕੇ ਆ ਗਏ ਇੱਥੇ। ਸਾਨੂੰ ਇਹਨਾਂ ਨੂੰ ਪਤਾ ਲੱਗ ਗਿਆ ਮਾਰਚ ਤਾਂ ਚਲਾ ਗਿਆ। ਅਸੀਂ ਅੱਗੋਂ ਆਣ ਕੇ 5 ਪਿਆਰਿਆਂ ਦਾ ਵੀ ਇੰਤਜ਼ਾਮ ਮੈਂ ਕਰ ਲਿਆ। ਹਾਂਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਨੇ ਆਣ ਕੇ ਸਾਨੂੰ ਪਹਿਲਾਂ ਤੇ ਰਈਏ ਰੋਕਿਆ ਜੀ। ਗੁਰੂ ਦੀ ਕਿਰਪਾ ਇਹ ਵੀ ਹੋਈ, ਉੱਥੋਂ ਵੀ ਨਿਕਲ ਆਏ। ਅੱਗੇ ਇਹਨਾਂ ਨੇ ਜ਼ਿਆਦਾ ਯਤਨ ਕੀਤਾ ਤੇ ਸਾਨੂੰ ਆਣ ਕੇ ਬਿਆਸਾ ਦਰਿਆ ਦੇ ਉੱਤੇ ਪੁਲ ਤੇ ਰੋਕ ਲਿਆ ਜੀ। ਅਸੀਂ ਸ਼ਹੀਦਾਂ ਦੇ ਨਾਅਰੇ ਲਾਏ, ਸ਼ਹੀਦਾਂ ਸਿੰਘਾਂ ਨੇ ਨਾਅਰੇ ਲਾਏ। ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਨਜ਼ਰਬੰਦ ਸਿੰਘ ਅਸੀਂ ਕਿਹਾ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਹਰਿਆ ਕਰੋ ਦੇ ਜਗਾਰੇ ਛੱਡੇ, ਉਹਨਾਂ ਦੇ ਨਾਅਰੇ ਲਾਏ। ਉਸ ਦੇ ਨਾਲ ਝੜਪ ਹੋਈ। ਉਹ ਕਹਿੰਦੇ ਆ ਕਿ ਤੁਸੀਂ ਪਿੱਛੇ ਮੁੜ ਜਾਓ। ਅਸੀਂ ਕਿਹਾ ਸਿੰਘ ਦੀ ਅਰਦਾਸ ਹੋਈ ਗੁਰੂ ਸਾਹਿਬ ਦੀ ਅਕਾਲ ਤਖਤ ਸਾਹਿਬ ਤੇ ਕਦੀ ਵਾਪਸ ਨਹੀਂ ਜਾਏਗੀ, ਨਾ ਅਸੀਂ ਇੱਕ ਕਦਮ ਪਿੱਛੇ ਜਾਵਾਂਗੇ। ਹਾਂਜੀ ਤੁਸੀਂ ਮਾਰਨਾ, ਗੋਲੀ ਮਾਰੋ ਤਾਂ ਮਾਰ ਸਕਦੇ, ਮਾਰੋ ਤਾਂ, ਪਰ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਜ਼ਰੂਰ ਕਰਾਂਗੇ। ਕਿਉਂਕਿ ਸ਼ਹੀਦ ਭਾਈ ਫੌਜਾ ਸਿੰਘ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਇਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਬਿਨਾਂ ਉਹਨਾਂ ਕੋਲੋਂ ਕੁਛ ਉਸ ਵੇਲੇ ਹਥਿਆਰ ਨਹੀਂ ਸੀ। ਹਾਂਜੀ ਉਹੀ ਅੱਜ ਦਿਨ ਆ ਗਿਆ। ਤੁਸੀਂ ਅੱਜ ਸਾਨੂੰ ਜੋ ਮਰਜ਼ੀ ਕਰੋ ਪਰ ਇਹ ਪਿੱਛੇ ਨੂੰ ਨਹੀਂ ਜਾਏਗਾ। ਫਿਰ ਕਹਿੰਦੇ ਕੀ ਚਾਹੀਦਾ ਬੀਬੀ ਜੀ ਤੁਹਾਨੂੰ? ਅਸੀਂ ਕਿਹਾ ਸਾਨੂੰ ਕੀ ਚਾਹੀਦਾ, ਸਿੰਘ ਅੱਗੇ ਨੂੰ ਜਾਣਗੇ, ਅਸੀਂ ਮਾਰਚ ਲੈ ਕੇ ਜਾਣਾ ਹੈ। ਚਾਹੇ ਪਿੰਡਾਂ ਵਿੱਚ ਦੀ ਜਾਈਏ, ਚਾਹੇ ਆਉਂਦੀ ਜਾਈਏ, ਚਾਹੇ ਕਿੱਧਰ ਦੀ ਜਾਈਏ। ਤੁਸੀਂ ਜਾਣ ਦਿੰਦੇ ਤਾਂ ਵੀ, ਅਗਰ ਨਹੀਂ ਜਾਣ ਦਿੰਦੇ ਤਾਂ ਵੀ ਜਾਏਗਾ, ਇਹ ਜ਼ਰੂਰ ਜਾਏਗਾ। ਕਹਿੰਦੇ ਫਿਰ ਤੁਸੀਂ ਕਿੱਦਾਂ ਜਾਓਗੇ? ਅਸੀਂ ਤੁਹਾਨੂੰ ਨਹੀਂ ਜਾਣ ਦਾਂਗੇ। ਅਸੀਂ ਕਹੇ ਪੈਦਲ ਪਿੰਡਾਂ ਥਾਣੀ ਜਾਵਾਂਗੇ। ਹਾਂਜੀ ਸੜਕਾਂ ਥਾਣੀ ਗੱਡੀਆਂ ਜਿੰਨੀਆਂ ਜਾਣਗੀਆਂ ਉਨੀਆਂ ਜਾਵਾਂਗੇ। ਸਾਡੇ ਕੋਲ ਅਸਲ ਉਸ ਵੇਲੇ ਪਾ ਲਾ ਕੇ ਸਾਰੇ ਮਗਰ ਜਥੇਬੰਦੀਆਂ ਆ ਗਈਆਂ, 50 ਗੱਡੀਆਂ ਬਣ ਗਈਆਂ ਸੀ ਜੀ। ਫਿਰ ਉਹਨਾਂ ਨੇ ਸਾਨੂੰ ਹੀ ਕਿਹਾ ਵੀ ਸਾਂਦੇ ਤੁਹਾਡਾ ਵੀ
ਤੇ ਰਾਹ 'ਚ ਲੰਗਰ ਕਿੱਥੇ ਆ? ਅਸੀਂ ਕਰਤਾਰਪੁਰ ਸਾਹਿਬ ਇੱਕ ਸਿੰਘ ਆ ਉੱਥੇ ਆ। ਹਾਂਜੀ ਉਹਨਾਂ ਨੇ ਸਾਨੂੰ ਉੱਥੇ ਨਾਲ ਆ ਗਏ, ਕਹਿੰਦੇ ਅਸੀਂ ਤੁਹਾਡੇ ਨਾਲ ਜਾਣਾ। ਅਸੀਂ ਕਿਹਾ ਜੀ ਆਓ। ਜਦੋਂ ਇਹਨਾਂ ਨੇ ਵੇਖਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਹੁਣ ਇਹਨਾਂ ਦੀ ਕੋਈ ਵੀ ਇੱਥੇ ਬਚਤ ਨਹੀਂ, ਮੈਂ ਬੜਾ ਜ਼ੋਰ ਲਾ ਲਿਆ ਵੀ ਇਹ ਤੇ ਰਿਹਾਈ ਮਾਰਚ ਜਾ ਰਿਹਾ ਹੈ। ਉਹਨੇ ਸੋਚਿਆ ਵੀ ਹੁਣ ਮੇਰੀ ਸ਼ਰਮਿੰਦਗੀ ਦੀ ਹੱਦ ਤਾਂ ਮੁੱਕ ਚੁੱਕੀ ਹੈ, ਮੈਂ ਸਾਰੇ ਯਤਨ ਕਰ ਲਏ ਆ ਤੇ ਅਸੀਂ ਹੁਣ ਕਿਉਂ ਨਾ ਇਹਨਾਂ ਦੇ ਨਾਲ ਹੀ ਤੁਰ ਪਈਏ। ਉੱਥੋਂ ਸਿੰਘ ਸਾਹਿਬ ਉਹਨਾਂ ਸਿੰਘਾਂ ਨੂੰ ਜਿਹੜੇ ਉਹਨੇ ਬੰਦੀ ਕਰਾਏ ਸੀ, ਗ੍ਰਿਫਤਾਰੀ ਉਹਨਾਂ ਦੀ ਹੋਈ ਸੀ, ਉਹ ਲੈ ਕੇ ਨਾਲ ਫਿਰ ਸਾਨੂੰ ਜਲੰਧਰ ਮਿਲ ਪਏ ਜੀ। ਉੱਥੋਂ ਬੜੀ ਸਤਿਗੁਰੂ ਦੀ ਕਿਰਪਾ ਦੇ ਨਾਲ ਫਿਰ ਅਸੀਂ ਹਰਿਆਈ ਮਾਰਚ ਆਪਣਾ ਲੈ ਕੇ ਅੰਬ ਸਾਹਿਬ ਭਾਈ ਗੁਰਬਖਸ਼ ਸਿੰਘ ਨੂੰ ਸਮਰਥਨ ਦੇਣ ਵਾਸਤੇ ਇੱਥੇ ਪਹੁੰਚ ਗਏ। ਬਹੁਤ ਜ਼ਿਆਦਾ ਇਕੱਠ ਸੀ, ਬਹੁਤ ਜ਼ਿਆਦਾ ਸੰਗਤ ਸੀ ਤੇ ਗੁਰੂ ਮਹਾਰਾਜ ਦੀ ਕਿਰਪਾ ਸੀ। ਜੀ ਬਿਲਕੁਲ। ਤੇ ਬੀਬੀ ਜੀ ਇਹ ਵੀ ਦੱਸੋ, ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਮੋਰੈਂਡਮ ਦੇਣ ਗਏ ਤਾਂ ਉਹਨਾਂ ਦਾ ਕੀ ਵਰਤਾਰਾ ਸੀ, ਤੇ ਇਹ ਵੀ ਦੱਸੋ ਕਿ ਮੈਮੋਰੈਂਡਮ ਦੀਆਂ ਵਿੱਚ ਕੀ ਮੰਗਾਂ ਸਨ, ਇਸ ਬਾਰੇ ਵੀ ਜਾਣਕਾਰੀ ਦਿਓ। ਹਾਂਜੀ, ਸਾਨੂੰ ਇਹ ਸੀ, ਅਸੀਂ ਜਿੱਦਣ ਇੱਥੋਂ ਗਏ ਇਹਨਾਂ ਨੂੰ ਪਹਿਲਾਂ ਫੋਨ ਕੀਤਾ ਕਿ ਸਿੰਘ ਸਾਹਿਬ ਅਸੀਂ ਆ ਰਹੇ ਹਾਂ ਬੀਬੀਆਂ ਭੈਣਾਂ ਦਾ ਜੱਥਾ ਲੈ ਕੇ। ਸਾਡੇ 6 ਸਿੰਘ ਨੇ, ਇਹਨਾਂ ਦੀਆਂ ਜਿੰਨੀਆਂ ਤੁਸੀਂ ਤੁਹਾਡੀਆਂ ਸਜ਼ਾ ਦਿੱਤੀਆਂ ਹੋਈਆਂ ਉਹ ਖਤਮ ਹੋ ਚੁੱਕੀਆਂ ਨੇ। ਹੁਣ ਇਹਨਾਂ ਦੇ 5-5 ਸਾਲ ਉੱਪਰ ਹੋ ਚੁੱਕੇ ਨੇ। ਅਸੀਂ ਇੱਕ ਭੈਣਾ ਫਰਿਆਦ ਲੈ ਕੇ ਅਕਾਲ ਤਖਤ ਸਾਹਿਬ ਤੇ ਆਪਣੇ ਸੁਪਰੀਮ ਕੋਰਟ ਤੇ ਆਏ ਆ ਤੇ ਤੁਸੀਂ ਸਾਨੂੰ ਉੱਥੇ ਵੇਟ ਕਰੋ। ਇਹਨਾਂ ਨੇ ਸੋਚਿਆ ਕਿ ਬੀਬੀਆਂ ਥੋੜਾ ਲੇਟ ਹੋ ਗਿਆ, ਦੂਰ ਦਾ ਸਫ਼ਰ ਹੈ ਤੇ ਮੈਂ ਕਿਉਂ ਨਾ ਬਹਾਨਾ ਬਣਾਵਾਂ। ਇਹ ਉੱਥੋਂ ਨਿਕਲ ਗਏ ਨੇ। ਹਾਂਜੀ, ਇਹ ਉੱਥੇ ਚਲੇ ਗਏ ਨੇ। ਇਹਨਾਂ ਨੇ ਨਹੀਂ ਸਾਨੂੰ ਦੇਖਿਆ, ਕਿਉਂਕਿ ਇਹਨਾਂ ਨੂੰ ਦੇਖਣਾ ਚਾਹੀਦਾ, ਇਹਨਾਂ ਨੇ ਨਹੀਂ ਦੇਖਿਆ। ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਨਾਂ ਦਾ ਪੀਏ ਮਿਲਿਆ ਸਾਨੂੰ। ਅਸੀਂ ਉਹਨਾਂ ਨੂੰ ਜਾ ਕੇ ਭੁਪਿੰਦਰ ਸਿੰਘ ਅਸੀਂ ਉਹਨਾਂ ਨੂੰ ਆਪਣਾ ਮੈਮੋਰੈਂਡਮ ਦੇ ਦਿੱਤਾ। ਇਹਨਾਂ ਨੇ ਸਾਨੂੰ ਉਹਦਾ ਕੋਈ ਵਰ ਜਵਾਬ ਨਹੀਂ ਦਿੱਤਾ ਕਿ ਤੁਸੀਂ ਬੀਬੀਆਂ ਆਈਆਂ ਜਾਂ ਆਓ, ਕਿਉਂ ਗਈਆਂ, ਕਿੱਦਾਂ। ਕੋਈ ਸਾਨੂੰ ਇਹਨਾਂ ਵੱਲੋਂ ਇਨਸਾਫ ਦੀ ਕੋਈ ਹੱਕ ਹੈ ਹੀ ਨਹੀਂ, ਉਮੀਦ ਹੀ ਹੈ ਨਹੀਂ ਗੀ ਜੀ ਵੀ ਇਹ ਸਾਨੂੰ ਕੋਈ ਇਨਸਾਫ ਦਿਵਾਉਣਗੇ, ਕਿਉਂਕਿ ਮੌਕਿਆਂ ਦੀ ਸਰਕਾਰ ਇਹ ਖੁਦ ਹੈ। ਇਹਨਾਂ ਦੇ ਖੁਦ ਕੰਮ ਆਪਣੇ ਹੁੰਦੇ ਆ ਤੇ ਸਾਡਾ ਕਿਉਂ ਨਹੀਂ ਸਿੰਘਾਂ ਦੀ ਸੁਣਵਾਈ। ਤੇ ਸਿੱਖ ਰਾਜ ਕਹਿੰਦੇ ਆ ਵੀ ਅਸੀਂ ਸਿੱਖਾਂ ਦਾ ਰਾਜ ਹੈ, ਪੰਥ ਦਾ ਰਾਜ ਹੈ, ਤੇ ਕਿਉਂ ਨਹੀਂ ਸਾਨੂੰ ਇਨਸਾਫ ਦਿਵਾਉਂਦੇ, ਕਿਉਂਕਿ ਦਵਾ ਸਕਦੇ ਨੇ। ਇਹਨਾਂ ਦੀ ਆਵਾਜ਼ ਉੱਥੇ ਤੱਕ ਜਾਂਦੀ ਬਾਦਲ ਦੇ ਕੋਲ। ਜੀ ਬਿਲਕੁਲ। ਅਸੀਂ ਬਾਦਲ ਸਾਹਿਬ ਨਹੀਂ ਕਹਿ ਸਕਦੇ, ਬਾਦਲ ਦੇ ਕੋਲ ਜਾਂਦੀ ਹੈ। ਇਹ ਹਰਿਆਈ ਕਰਵਾ ਸਕਦੇ ਨੇ। ਹਰਿਆਈ ਮਾਰਚ 1977 ਤੋਂ ਲੈ ਕੇ 84 ਅੱਜ ਤੱਕ ਸਾਨੂੰ ਸੰਤਾਪ ਭੋਗਣਾ ਪਿਆ। ਸਾਡੇ ਮਾਂ ਪਿਓ ਇਸੇ ਤਰ੍ਹਾਂ ਮਾਮੇ ਨਾਨੇ ਸਾਰੇ ਸ਼ਹੀਦ ਹੋ ਗਏ ਤੇ ਸਾਨੂੰ ਉਧਰੋਂ ਲੱਗਣ ਲੱਗੀ, ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ, ਕਿਉਂਕਿ ਇਹਨਾਂ ਦਾ ਖੁਦ ਦਾ ਕੋਈ ਨੁਕਸਾਨ ਨਹੀਂ ਹੋਇਆ। ਜੀ ਬਿਲਕੁਲ ਜੀ। ਤੇ ਬੀਬੀ ਜੀ, ਜਿਸ ਤਰ੍ਹਾਂ ਇਸ ਰਿਹਾਈ ਮਾਰਚ ਜਾਂ ਫਿਰ ਜੇ ਗੁਰਬਖਸ਼ ਸਿੰਘ ਜੀ ਵੱਲੋਂ ਭੁੱਖ ਹੜਤਾਲ ਰੱਖੀ ਗਈ, ਜਿਹੜੀਆਂ ਬਾਹਰਲੀਆਂ ਸਿੱਖ ਸੰਗਤਾਂ ਨੇ ਉਹ ਇਸ ਵਿੱਚ ਕਿਸ ਤਰ੍ਹਾਂ ਸ਼ਾਮਿਲ ਹੋ ਸਕਦੀਆਂ ਤੇ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਲਈ, ਇਸ ਬਾਰੇ ਵੀ ਤੁਹਾਨੂੰ ਬਾਹਰੀ ਸਿੱਖ ਸੰਗਤਾਂ ਨੂੰ ਤੁਸੀਂ ਸੁਨੇਹਾ ਜ਼ਰੂਰ ਦੇਵੋ। ਹਾਂਜੀ, ਇਸ ਵੇਲੇ ਸਾਨੂੰ ਸਾਰੀਆਂ ਸੰਗਤਾਂ ਦਾ ਵੈਸੇ ਬਾਹਰੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਜੀ। ਹੁਣ ਇਹ ਸਿੱਖ ਚੈਨਲ ਇੱਕ ਸਾਡੇ ਕੋਲ ਹੈਗਾ, ਉਹ ਬਹੁਤ ਵਧੀਆ ਤੁਹਾਨੂੰ ਸਾਰਾ ਸੁਨੇਹਾ ਦੇ ਰਿਹਾ ਹੈ। ਹਾਂਜੀ, ਇਸ ਲਈ ਆਪਾਂ ਨੂੰ ਕੀ ਮਿਲ ਸਕਦਾ ਹੈ? ਥੋੜਾ ਸਾਨੂੰ ਮਾਇਆ ਪੱਖੋਂ ਥੋੜੀ ਕਮੀ ਹੈਗੀ ਆ। ਅਗਰ ਸਾਡੇ ਕੋਲ ਮਾਇਆ ਹੋਵੇ ਅਸੀਂ ਗੱਡੀਆਂ ਦਾ ਇੰਤਜ਼ਾਮ ਕਰਾਂ, ਇੰਤਜ਼ਾਮ ਕਰਕੇ ਮੈਂ ਸਾਰੇ ਜਿੰਨੇ ਵੀ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਗੱਡੀਆਂ ਦਾ ਇੰਤਜ਼ਾਮ ਕਰਕੇ ਸੰਗਤ ਲੈ ਕੇ ਭਾਈ ਸਾਹਿਬ ਦੇ ਕੋਲ ਪਹੁੰਚਾਵਾਂ, ਕਿਉਂਕਿ ਬਾਦਲ ਨੂੰ ਵੀ ਪਤਾ ਚੱਲੇ ਕਿ ਸਿੱਖ ਹੁਣ ਕੀ ਚਾਹੁੰਦੇ ਨੇ। ਸਾਨੂੰ ਇਨਸਾਫ ਚਾਹੀਦਾ ਹੈ, ਸਾਨੂੰ ਖਾਲਿਸਤਾਨ ਚਾਹੀਦਾ, ਖਾਲਿਸਤਾਨ ਜਿੰਦਾਬਾਦ। ਅਸੀਂ ਆਪਣਾ ਘਰ ਬਣਾਉਣਾ ਚਾਹੁੰਦੇ, ਕਿਉਂਕਿ ਚਿੜੀਆਂ ਕਾਵਾਂ ਦਾ ਵੀ ਘਰ ਹੁੰਦਾ ਹੈ, ਸਾਡਾ ਘਰ ਕਿਉਂ ਨਹੀਂ ਹੈ? ਸਾਡੀ ਜੇ ਕੋਈ ਵੀ ਸਟੇਜ ਹੋਵੇ ਤੇ ਸਾਨੂੰ ਵੀ ਸੁਣਵਾਈ, ਅਸੀਂ ਆਪਣੀ ਜਾ ਕੇ ਖੁਦ ਸਾਨੂੰ ਵੀ ਕੋਈ ਬੁਲਾਣ, ਜਿੱਦਾਂ ਸਾਰੀਆਂ ਸਰਕਾਰਾਂ ਨੂੰ ਬੁਲਾਉਂਦੀਆਂ ਨੇ। ਕੋਈ ਇੱਧਰ ਜਾਂ ਬਿਹਾਰ ਲਾ ਲਓ, ਕੋਈ ਵੀ ਉਹਨਾਂ ਦਾ ਜਾ ਕੇ ਇਹ ਤੇ ਸਾਡਾ ਕੋਈ ਵੀ ਨਹੀਂ ਹੈਗਾ। ਸਾਡਾ ਘਰ ਚਾਹੀਦਾ, ਸਾਨੂੰ ਖਾਲਿਸਤਾਨ ਚਾਹੀਦਾ ਹੈ ਤੇ ਅਸੀਂ ਆਪਣੇ ਪਿੰਡ ਪਿੰਡ ਪ੍ਰਚਾਰ ਕਰੀਏ ਤੇ ਜਾ ਕੇ ਉਹਨਾਂ ਦਾ ਇੰਤਜ਼ਾਮ ਕਰਕੇ ਬੱਸਾਂ ਗੱਡੀਆਂ ਤੇ ਸਾਰੀ ਸੰਗਤ ਇਕੱਠੀ ਕਰਕੇ ਤੇ ਮੈਂ ਇੱਥੇ ਲੈ ਕੇ ਆਵਾਂ। ਜੀ ਬਿਲਕੁਲ, ਮੇਰਾ ਹੁਣ ਅਗਲਾ ਪ੍ਰੋਗਰਾਮ ਇਹ ਮੈਂ ਇਹ ਚਾਹੁੰਦੀ ਜੀ। ਜੀ ਬਿਲਕੁਲ। ਤੇ ਬੀਬੀ ਜੀ, ਜਿਸ ਤਰ੍ਹਾਂ ਤੁਸੀਂ ਹੁਣ ਅੰਬ ਸਾਹਿਬ ਵਿਖੇ ਬੈਠੇ ਹੋ, ਤੁਸੀਂ ਕੀਰਤਨ ਸੁਣਦੇ ਸਾਨੂੰ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਨੂੰ ਭੁੱਖ ਹੜਤਾਲ ਕੀਤੇ ਹੋਏ 21 ਦਿਨ ਤੋਂ ਉੱਪਰ ਹੋ ਗਏ ਨੇ, ਉਹਨਾਂ ਦੀ ਸਿਹਤ ਇਸ ਵੇਲੇ ਕਿਸ ਤਰ੍ਹਾਂ ਹੈ? ਕਿਉਂਕਿ ਸੁਣਨ ਵਿੱਚ ਆਇਆ ਕਿ ਉਹਨਾਂ ਦੀ ਸਿਹਤ ਕਾਫੀ ਕ੍ਰਿਟੀਕਲ ਹੈ, ਉਸ ਬਾਰੇ ਵੀ ਥੋੜੀ ਸਾਰੀ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਓ। ਹਾਂਜੀ, ਅੱਜ ਭਾਈ ਸਾਹਿਬ ਦੀ ਸਿਹਤ ਕੁਛ ਮਤਲਬ ਕਿ 1 ਕਿਲੋ ਰੋਜ਼ ਦਾ ਵੇਟ ਘਟਦਾ ਪਿਆ ਹੈ। ਕੁਛ ਕੱਲ ਦੀ ਸੰਗਤ ਦੇ ਨਾਲ ਇੰਨਾ ਸਹਿਯੋਗ ਮਿਲਣ ਦੇ ਨਾਲ ਉਹਨਾਂ ਦਾ ਥੋੜਾ ਚਿਹਰਾ ਤੇ ਥੋੜਾ ਰੌਣਕ ਆਈ ਹੈ, ਉਹਨਾਂ ਦੀ ਸਿਹਤ ਠੀਕ ਹੈ। ਪਰ ਕੁਛ ਦਿਨ ਤੁਸੀਂ ਦੇਖੋ ਕਿ ਅੱਜ 22 ਦਿਨ ਹੋ ਗਏ ਨੇ, ਕੁਛ ਨਾ ਕੁਛ ਤਾਂ ਫਰਕ ਤੇ ਪੈਣਾ ਹੀ ਪੈਣਾ। ਇਹਨਾਂ ਦਿਨ ਥੋੜਾ ਪੈ ਗਈ ਤੇ ਪੈ ਵੀ ਰਿਹਾ। ਅਸੀਂ ਸੋਚਦੇ ਹਾਂ ਵੀ ਜਿੰਨਾ ਚਿਰ ਇਹਨਾਂ ਦਾ ਸਿਹਤ ਠੀਕ ਹੈ, ਉਹਨਾਂ ਦੇ ਠੀਕ ਹੈ, ਉਸ ਤੋਂ ਬਾਅਦ ਬੀਬੀ ਮਨਜੀਤ ਕੌਰ ਸ਼ਹੀਦ ਭਾਈ ਫੌਜਾ ਸਿੰਘ ਟਰੱਸਟ ਇਹ ਅੰਮ੍ਰਿਤਸਰ ਤੋਂ ਬੈਠੇਗੀ। ਇਹਨਾਂ ਦੀ ਜਗ੍ਹਾ ਤੇ ਜੀ ਅਗਰ ਇਹਨਾਂ ਨੇ ਕੋਈ ਹਰਕਤ ਕੀਤੀ ਗਵਰਨਮੈਂਟ ਨੇ ਚੁੱਕ ਕੇ ਲੈ ਗਏ, ਜਿੰਨਾ ਚਿਰ ਭਾਈ ਸਾਹਿਬ ਇੱਥੇ ਨਹੀਂ ਆਣਗੇ ਜਾਂ ਸ਼ਹੀਦ ਨਹੀਂ ਹੋਣਗੇ ਅਸੀਂ ਖੁਦ ਬੈਠਾਂਗੇ।
ਜੀ ਬਿਲਕੁਲ। ਤੇ ਬੀਬੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਰੱਬ ਅੱਗੇ ਤੇ ਰੱਬ ਦੇ ਪੈਰਾਂ ਦੇ ਵਿੱਚ ਕਿ ਭਾਈ ਗੁਰਬਖਸ਼ ਸਿੰਘ ਜੀ ਨੂੰ ਚੰਗੀ ਸਿਹਤ ਤੇ ਬਲ ਬਖਸ਼ੇ ਤੇ ਤੁਹਾਡੇ ਵਰਗੇ ਬੀਬੀਆਂ ਦਾ ਵੀ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਵੀਰਤਾ ਦੇ ਨਾਲ ਇਹ ਰੋਸ ਮਾਰਚ ਸਫਲ ਕਰਵਾਇਆ। ਤੇ ਬੀਬੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।